ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਸ ਬਿਨ ਇੱਛਾ ਮੋਹਿ ਨਾ ਔਰ, ਦੇਹੋ ਆਪ ਸੋਢੀ ਸਿਰ ਮੌਰ। ਇਸ ਬਿਨ ਇੱਛਾ ਮੋਹਿ ਨਾ ਔਰ, ਦੇਹੋ ਆਪ ਸੋਢੀ ਸਿਰ ਮੌਰ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸ ਨਹੀਂ ਮਨ ਰਾਈ। ਚਾਤ੍ਰਿਕ ਚੀਤ ਮੋਰ ਮੋਰਟ, ਸਬਾਤ ਦਿਦਾਰ ਕਵੈ ਇਹੋ ਪਾਈ। ਜਿਉ ਪਤੰਗ ਨਿਉ ਕੀ ਡੋਰ ਬੱਧਾ, ਡਗ ਡੋਲ ਸੋਲਿਓ ਮਿਲਾਈ। ਸਿੰਧੋ ਤਾਸਨ ਹੈ ਭਵ ਕੀ ਗਤ, ਮੋਹਿ ਮਿਆ ਕਰ ਲਿਓ ਬਚਾਈ। ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੋ, ਤੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਜਥੇਦਾਰ ਭਾਈ ਮਹਾਂ ਸਿੰਘ ਦੇ ਸਰੀਰ ਦੇ ਉੱਪਰ ਥਾਂ ਥਾਂ 'ਤੇ ਵੱਡੇ ਵੱਡੇ ਜ਼ਖਮ ਵੀ ਹੋ ਚੁੱਕੇ ਹਨ। ਕਦੇ ਸਾਹ ਆਉਂਦਾ, ਕਦੇ ਰੁਕ ਜਾਂਦਾ ਸੀ। ਉਸ ਵਕਤ ਭਾਈ ਮਹਾਂ ਸਿੰਘ ਨੇ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬਾਰ-ਬਾਰ ਬੇਨਤੀਆਂ ਰਜੋਈਆਂ ਕੀਤੀਆਂ। ਇਹ ਸੱਚੇ ਪਾਤਸ਼ਾਹ ਵੀ ਭਾਵੇਂ ਵੀ ਮੇਰੇ ਜਿਹੜੇ ਨੇਤਰ ਆਪ ਜੀ ਦੇ ਦਰਸ਼ਨ ਕਰਨ ਦੇ ਯੋਗ ਤਾਂ ਹੈ ਨਹੀਂ, ਪਰ ਜਿਹੜੇ ਪੁੱਤ ਇਹ ਤਾਂ ਕਪੁੱਤ ਹੋ ਜਾਂਦੇ ਹਨ, ਪਰ ਕਦੇ ਵੀ ਜਿਹੜੇ ਮਾਪੇ ਕੋ ਮਾਪੇ ਨਹੀਂ ਹੋਇਆ ਕਰਦੇ। ਜੇ ਆਪ ਨੇ ਦਰਸ਼ਨ ਨਹੀਂ ਦੇਣਾ, ਆ ਮੇਰੇ ਪਾਸ ਆ ਕਰਕੇ ਆਪ ਜੀ ਦੇ ਚਰਨਾਂ 'ਚ ਪਾਇਆ ਹੋਇਆ ਜਿਹੜਾ ਜੋੜਾ ਉਹਦਾ ਹੀ ਠੁੱਡਾ ਮਾਰ ਦਿਓ। ਇਹਦੇ ਨਾਲ ਹੀ ਮੇਰਾ ਭਲਾ ਹੋ ਜਾਏਗਾ। ਜਦੋਂ ਜਥੇਦਾਰ ਭਾਈ ਮਹਾਂ ਸਿੰਘ ਨੇ ਸਤਿਗੁਰੂ ਜੀ ਨੂੰ ਕੀਤਾ ਯਾਦ, ਇਸ ਦੀ ਬਹੁਤ ਵੱਡੀ ਮਹਾਨ ਸ਼ਹਾਦਤ ਨੂੰ ਦੇਦਿਆਂ ਹੋਇਆਂ ਦੀਨ ਦੁਨੀਆ ਦੇ ਮਾਲਕ ਚੱਲ ਕਰਕੇ ਆਪ ਮੈਦਾਨੇ ਜੰਗ ਦੇ ਵਿੱਚ ਪਹੁੰਚੇ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਾਸਿਆ ਮੰਗ ਲੈ, ਜੋ ਵੀ ਤੇਰੇ ਮਨ ਦੇ ਵਿੱਚ ਫੁਰਨਾ ਕੋਈ ਸੰਕਲਪ ਹੈ, ਜੇ ਤੂੰ ਕਹੇ ਤੇਰੀ ਨਾ ਬਹੁਤ ਵੱਡੀ ਉਮਰ ਹੁਣੇ ਵਧਾ ਦਿੰਦੇ ਆ,
ਅਗਰ ਤੇਰੇ ਮਨ ਦੇ ਵਿੱਚ ਕੋਈ ਦੁਨਿਆਵੀ ਰਾਜ ਭਾਗ ਜਾਂ ਫਿਰ ਸੁਰਗਾਂ ਦੇ ਸੁੱਖਾਂ ਦੀ ਇੱਛਾ ਹੈ, ਉਹ ਵੀ ਤੈਨੂੰ ਪ੍ਰਾਪਤ ਹੋ ਸਕਦੇ ਹਨ। ਉਸ ਵਕਤ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਰੂਹਾਂ ਆਕਾਸ਼ ਦੇ ਵਿੱਚ ਘੁੰਮ ਰਹੀਆਂ ਸਨ, ਕਹਿ ਲੱਗੇ ਆਪਣੇ ਵਾਸਤੇ ਤਾਂ ਸੱਚਖੰਡ ਦੇ ਦਰਵਾਜ਼ੇ ਹੋ ਗਏ ਬੰਦ। ਹੁਣ ਬੜਾ ਸੁਨਹਿਰੀ ਮੌਕਾ ਮਸਾਂ ਤੈਨੂੰ ਪ੍ਰਾਪਤ ਹੋਇਆ ਵੀ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੇ ਉੱਪਰ ਬੜੇ ਪ੍ਰਸੰਨ, ਬਹੁਤ ਜ਼ਿਆਦਾ ਤੁਰਠ ਪਏ ਹਨ, ਤੂੰ ਫਿਰ ਹੁਣ ਬੇਦਾਵੇ ਵਾਲਾ ਕਾਗਜ਼ ਪੜ੍ਹਵਾ ਲੈ, ਫਿਰ ਆਪਣੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹਣੇ ਹਨ। ਸਤਿਗੁਰੂ ਜੀ ਕਹਿ ਲਗੇ ਵੀ ਭਾਈ ਮਾਸਿਆ, ਜਿਤਨਾ ਚਿਰ ਤੂੰ ਸਾਡੇ ਪਾਸੋਂ ਕੋਈ ਦਾਤ, ਕੋਈ ਪਦਾਰਥ ਨਹੀਂ ਨਾ ਮੰਗਦਾ, ਉਤਨਾ ਚਿਰ ਸਾਡੇ ਮਨ ਦੇ ਅੰਦਰ ਚੈਨ ਸ਼ਾਂਤੀ ਨਹੀਂ ਪੈਦਾ ਹੋਣੀ। ਉਹ ਸਮੇਂ ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਜੇ ਵਰਦਾਨ ਆਪ ਬਖਸ਼ਣਾ ਹੀ ਚਾਹੁੰਦੇ ਹੋ, ਉਹ ਜਿਹੜਾ ਮਾਝੇ ਦਾ ਇਲਾਕਾ ਸਾਰਾ ਹੀ ਆਪ ਨੂੰ ਬੇਦਾਵਾ ਲੈ ਕਰਕੇ ਟੁੱਟ ਚੁੱਕਿਆ, ਇਹਨਾਂ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਟੁੱਟ ਚੁੱਕੇ ਨੇ ਇਹੋ ਜਿਹੇ ਦਗੇਬਾਜ਼, ਤਾਂ ਉਹਨਾਂ ਪਾਸੋਂ ਲੈਣਾ ਕੀ ਹੈ? ਤੂੰ ਆਪਣੇ ਵਾਸਤੇ, ਪਰਿਵਾਰ ਵਾਸਤੇ, ਕੁੱਲ ਵਾਸਤੇ ਮੰਗ ਲੈ। ਪਰ ਇਹੋ ਜਿਹਾ ਪਰਉਪਕਾਰ ਦਾ ਜਿਹੜਾ ਸੰਕਲਪ ਜਥੇਦਾਰ ਭਾਈ ਮਹਾਂ ਸਿੰਘ ਦੇ ਮਨ ਦੇ ਅੰਦਰ ਪੈਦਾ ਹੋ ਚੁੱਕਿਆ ਸੀ, ਮੈਂ ਮੇਲ ਜਾਵਾਂ ਕੌਮ ਵਿਛੜੀ, ਆਪ ਪਹਿਲੇ ਮਰਨ ਤੋਂ ਇਹ ਰਹਿ ਨਾਹੀਂ ਵਿਛੜੀ, ਗੁਰੂ ਸੰਧੀ ਸ਼ਰਨ ਤੋਂ ਹੈ ਬਿਨੈ ਕਰਦਾ ਗੁਰੂ ਆਗੇ, ਪਿਆ ਧਰ ਸਰ ਮੂਦ ਹੈ ਫਟ ਚੀਸਣ ਲਹੂ ਵਗਦਾ, ਨਾ ਪਰ ਇਸ ਦੀ ਸੂਦ ਹੈ ਸੂਦ ਇਸ ਸਿੱਖ ਕਹਿਰੀ, ਦਰਸ਼ਨ ਗੁਰ ਦਾ ਪਾਲਮਾ ਤੇ ਚਰਨ ਪਕੜਾ ਗੁਰੂ ਜੀ ਦੇ, ਪੰਥ ਨੂੰ ਬਖਸ਼ਾਲਮਾ। ਸੱਚੇ ਪਾਤਸ਼ਾਹ ਵੀ ਇਹਨਾਂ ਟੁੱਟਿਆ ਹੋਇਆਂ ਨੂੰ ਸਦਾ ਦੇ ਲਈ ਆਪਣੇ ਚਰਨਾਂ ਦੇ ਨਾਲ ਜੋੜ ਲਓ। ਮੇਰੇ ਮਨ ਦੇ ਵਿੱਚ ਤਾਂ ਇੱਕ ਇਹੀ ਫੁਰਨਾ, ਇਹੀ ਸੰਕਲਪ ਪੈਦਾ ਹੋ ਗਿਆ ਹੈ। ਇਤਿਹਾਦਕ ਪ੍ਰਸੰਗ ਪਿੱਛੇ ਆਇਆ, ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਬਿਨ ਇੱਛਾ ਮੋਹਿ ਨਾ ਔਰ। ਜਥੇਦਾਰ ਭਾਈ ਮਹਾਂ ਸਿੰਘ ਨੇ ਬਾਰ-ਬਾਰ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਇਹ ਤੋਂ ਬਗੈਰ ਤਾਂ ਹੋਰ ਕੋਈ ਵੀ ਮੇਰੇ ਮਨ ਦੇ ਵਿੱਚ ਇੱਛਾ ਬਾਕੀ ਨਹੀਂ ਰਹੀ। ਜਦੋਂ ਦਇਆਬ ਦੇ ਦਰਸ਼ਨ ਕਰ ਲਏ ਹਨ, ਦੇਹੋ ਆਪ ਸੋਢੀ ਸਿਰ ਮੋਰ। ਸੱਚੇ ਪਾਤਸ਼ਾਹ ਵੀ ਮੈਂ ਤਾਂ ਇਹੀ ਵਰਦਾਨ ਆਪ ਦੇ ਚਰਨਾਂ ਚੋਂ ਮੰਗਣਾ ਚਾਹੁੰਦਾ ਹਾਂ। ਸਾਹਿਬ ਸੁਨੇ ਅਜਾਇਬ ਬੈਨ। ਜਦੋਂ ਇਹੋ ਜਿਹੇ ਸਤਿਗੁਰੂ ਜੀ ਨੇ ਬਹੁਤ ਵੱਡੇ ਇਹ ਪਰਉਪਕਾਰ ਦੇ ਵਚਨ ਜਥੇਦਾਰ ਭਾਈ ਮਹਾਂ ਸਿੰਘ ਦੀ ਪਾਸੋਂ ਸੁਣੇ ਸਨ, ਭਰੇ ਆਨੰਦ ਪ੍ਰਫੁੱਲਤ ਨੈਣ। ਇਹ ਦੇ ਕਰਕੇ ਦਸ਼ਮੇਸ਼ ਪਿਤਾ ਦੇ ਜਿਹੜੇ ਨੇਤਰ ਉਹ ਵੀ ਕਮਲ ਦੇ ਫੁੱਲ ਦੇ ਸਮਾਨ
ਬੜੇ ਖੇੜੇ ਦੇ ਵਿੱਚ ਆ ਗਏ ਸੀ। ਵਾਹੋ ਖਾਲਸਾ ਸਿੱਖ ਮਮ ਧਨ। ਸਤਿਗੁਰੂ ਜੀ ਕਹਿਣ ਲੱਗੇ ਮੇਰੇ ਗੁਰ ਸਿੱਖ ਵੀ ਤੇ ਮੇਰਾ ਖਾਲਸਾ ਹੈ ਸਦਾ ਦੇ ਲਈ ਧਨਤਾ ਦੇ ਯੋਗ ਬਣ ਗਿਆ। ਪਰਉਪਕਾਰ ਮਹਾ ਮਨ ਮਨ। ਵੀ ਜਿਨ੍ਹਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਪਰਉਪਕਾਰ ਕਰਨ ਦੀਆਂ ਜਿਹੜੀਆਂ ਵਿਚਾਰਾਂ ਭਰੀਆਂ ਹੋਈਆਂ ਹਨ, ਜਿਹੜੇ ਇਹ ਦੂਸਰੇ ਦਾ ਭਲਾ ਕਰਨ ਦੇ ਲਈ ਮਨ ਨੂੰ ਸਦਾ ਵਾਸਤੇ ਇਹੋ ਜਿਹੇ ਖਿਆਲਾਂ ਦੇ ਨਾਲ ਪਰ ਕਰਕੇ ਰੱਖਦੇ ਹਨ। ਤੇਰੇ ਕਹੇ ਮੇਲ ਹਮ ਲਏ। ਸਤਿਗੁਰੂ ਜੀ ਕਹਿ ਲੱਗੇ ਭਾਈ ਮਾਸਿਆ ਕੋਈ ਗੱਲ ਨਹੀਂ, ਜੇ ਹੁਣ ਤੂੰ ਵਰਦਾਨ ਇਹ ਮੰਗਦੇ ਨਾ ਸਾਡੇ ਕੋਲੋਂ, ਫਿਰ ਸਾਰੀ ਜਿਹੜੀ ਸੰਗਤ ਗੁਰੂ ਬਾਬਾ ਜੀ ਦੇ ਚਰਨਾਂ ਦੇ ਨਾਲ ਅਸੀਂ ਜੋੜ ਦੇਣੀ ਹੈ। ਰਾਜ ਭਾਗ ਤਿਸ ਦੇਸ਼ ਹੈ ਦਈ। ਉਸ ਦੇਸ਼ ਨੂੰ ਉਸ ਇਲਾਕੇ ਨੂੰ ਗੁਰ ਸਿੱਖੀ ਵੀ ਆ ਜਿਹੜੇ ਬੜੇ ਦੁਨਿਆਵੀ ਰਾਜ ਭਾਗ ਵੀ ਅਸੀਂ ਬਹੁਤ ਜ਼ਿਆਦਾ ਬਖਸ਼ ਦਿੱਤੇ ਹਨ। ਪ੍ਰਭ ਜੀ ਕਾਗਦ ਲਿਹੋ ਨਿਕਾਰਾ। ਉਹ ਸਮੇਂ ਜਥੇਦਾਰ ਭਾਈ ਮਹਾ ਸਿੰਘ ਨੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਉਹ ਜਿਹੜਾ ਬੇਦਾਵੇ ਵਾਲਾ ਕਾਗਜ਼ ਆਪ ਨੇ ਜੇਬ ਦੇ ਵਿੱਚ ਪਾਇਆ ਹੋਇਆ ਹੈ, ਜੇ ਮੇਰੇ ਸਾਹਮਣੇ ਦੇ ਦਾ ਉਸ ਦੇ ਟੁਕੜੇ ਕਰ ਦੇਵੋਗੇ। ਹਮਰੋ ਲਿਖਿਓ ਜੇਬ ਜੋ ਡਾਰਾ। ਜਿਹੜੇ ਅਸੀਂ ਕਾਲੇ ਅੱਖਰ ਕੋਰੇ ਕਾਗਜ਼ ਦੇ ਉੱਪਰ ਆਪ ਨੂੰ ਲੈ ਕਰਕੇ ਦੇ ਕਰਕੇ ਆਏ ਸੀ। ਮਮ ਦਿਖਾਏ ਸੋ ਦੀਜੈ ਫਾਰ। ਮਹਾਰਾਜ ਉਹ ਕਾਗਜ਼ ਮੈਨੂੰ ਦਿਖਾ ਕਰਕੇ ਸਾਹਮਣੇ ਇੱਕ ਵਾਰੀ ਪਾੜ ਨਾ ਕਰੋ। ਸਫਲ ਹੋਏ ਮੇਰੋ ਉਪਕਾਰ। ਜਦੋਂ ਬੇਦਾਵੇ ਵਾਲੇ ਕਾਗਜ਼ ਦੇ ਹੋ ਗਏ ਨਾ ਟੁਕੜੇ ਟੁਕੜੇ, ਇਹ ਮੇਰਾ ਜਿਹੜਾ ਕੀਤਾ ਹੋਇਆ ਪਰ ਉਪਕਾਰ ਮਾਝੇ ਦੇ ਇਲਾਕੇ ਦੇ ਉੱਪਰ ਉਸੇ ਵਕਤ ਸਫਲ ਹੋ ਜਾਣਾ ਹੈ। ਸੁਨ ਸਤਿਗੁਰ ਤਤਕਾਲ ਨਿਕਾਸਾ। ਉਸ ਸਮੇਂ ਦਸ਼ਮੇਸ਼ ਪਿਤਾ ਕਹਿਣ ਲੱਗੇ ਜਥੇਦਾਰ ਭਾਈ ਮਾਸਿਆ ਉਹ 4 ਕੁੰਗਲਾਂ ਦਾ ਟੁਕੜਾ ਪਤਾ ਨਹੀਂ ਕਿੱਥੇ ਰਹਿ ਗਿਆ ਹੋ। ਦੇਖ ਇਸ ਵਕਤ ਨਾ ਤਾਂ ਸਾਡੇ ਪਾਸ ਚਾਰੇ ਲਾਲ ਨਾ ਮਾਤਾ ਜੀ ਕੋਈ ਵੀ ਨਹੀਂ ਰਿਹਾ, ਤੇ ਵੱਡੇ ਵੱਡੇ ਜਿਹੜੇ ਜਾਨ ਤੋਂ ਪਿਆਰੇ ਜੋਧੇ ਸੂਰਮੇ ਵੀ ਵਿਛੜ ਚੁੱਕੇ ਹਨ। ਪਰ ਫਿਰ ਵੀ ਸਤਿਗੁਰੂ ਜੀ ਕਹਿ ਲੱਗੇ ਮੈਨੂੰ ਪਤਾ ਸੀ ਵੀ ਭਾਵੇਂ ਹੁਣ ਭੁੱਖ ਦੇ ਦੁੱਖ ਨੂੰ ਦਾ ਨਾ ਬਰਦਾਸ਼ਤ ਕਰਦੇ ਹੋਇਆਂ ਬੇਦਾਵਾ ਤਾਂ ਲਿਖਣ ਜ਼ਰੂਰ ਲੱਗੇ ਹਨ, ਪਰ ਕਦੇ ਨਾ ਕਦੇ ਇਹਨਾਂ ਨੇ ਜੇ ਆਪਣੀ ਅਮਾਨਤ ਦੁਬਾਰਾ ਮੰਗੀ, ਫਿਰ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂਗਾ। ਉਸ ਵਕਤ ਫਿਰ ਸਤਿਗੁਰੂ ਜੀ ਨੇ ਜਿਹੜਾ 4 ਕੁੰਗਲਾਂ ਦਾ ਕਾਗਜ਼ ਆਪਣੇ ਖਿੱਸੇ ਦੇ ਵਿੱਚ ਸੰਭਾਲ ਕਰਕੇ ਰੱਖਿਆ ਹੋਇਆ ਸੀ। ਸੁਨ ਸਤਿਗੁਰ ਤਤਕਾਲ ਨਿਕਾਸਾ। ਸੁਣਨ ਅਨੁਸਾਰ ਮਾਰ ਨੇ ਛੋਟਾ ਜਿਹਾ ਜਿਹੜਾ ਕਾਗਜ਼ ਦਾ ਟੁਕੜਾ ਆਪਣੇ ਖਿੱਸੇ ਦੇ ਵਿੱਚੋਂ ਬਾਹਰ ਕੱਢ ਲਿਆ। ਮਹਾ ਸਿੰਘ ਸੋ ਵਾਕ ਪ੍ਰਕਾਸ਼ਾ। ਜਥੇਦਾਰ ਭਾਈ ਮਹਾ ਸਿੰਘ ਮਹਾਰਾਜ ਨੇ ਫਿਰੇ ਭਜਨ ਕੀਤੇ ਸੀ ਆਪਣੀ ਰਸਨਾ ਤੋਂ। ਲਿਹੋ ਬਿਲੋਕ ਪਾੜ ਹੈ ਦਿਖਰਾਏ। ਲੈ ਭਾਈ ਤੇਰੇ ਮਨ ਦੀ ਭਾਵਨਾ ਪੂਰੀ ਕਰ ਦਿੰਦੇ ਆ। ਉਸੇ ਵਕਤ ਸਤਿਗੁਰੂ ਜੀ ਨੇ ਉਹ ਜਿਹੜਾ ਛੋਟਾ ਜਿਹਾ ਕਾਗਜ਼ ਜਥੇਦਾਰ ਭਾਈ ਮਹਾ ਸਿੰਘ ਦੇ ਸਾਹਮਣੇ ਉਹਦੇ ਜਿਹੜੇ ਨਿੱਕੇ ਨਿੱਕੇ ਟੁਕੜੇ ਕਰ ਦਿੱਤੇ ਸੀ। ਇਮ ਕਹਿ ਚੀਰਿਓ ਬੀਚ ਬਣਾਏ। ਇਸ ਨੂੰ ਸਾਹਮਣੇ ਦਿਖਾ ਕੇ ਉਹ ਕਾਗਜ਼ ਮਾਰਨ ਨੇ ਵਿਚਕਾਰੋਂ ਚੀਰ ਦਿੱਤਾ ਸੀ। ਹੇਰਤ ਹਰਖ ਮਾਨ ਉਰ ਹੋਵਾ। ਇਹ ਦੇ ਕਰਕੇ ਜਥੇਦਾਰ ਭਾਈ ਮਹਾ ਸਿੰਘ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਬੜੇ ਚਾਅ ਪੈਦਾ ਹੋ ਗਏ। ਜਦੋਂ ਸਤਿਗੁਰੂ ਜੀ ਨੇ ਉਹ ਬੇਦਾਵੇ ਵਾਲਾ ਕਾਗਜ਼ ਪਾੜਿਆ ਸ਼ਹੀਦਾਂ ਸਿੰਘਾਂ ਦੇ ਵਾਸਤੇ, ਨਾਲ ਦੀ ਨਾਲ ਫਿਰ
ਸੱਚਖੰਡ ਦੇ ਦਰਵਾਜ਼ੇ ਵੀ ਖੁੱਲ ਗਏ ਸਨ। ਕਾਗਦ ਫਟਿਓ ਦਰਸ ਗੁਰ ਜੋਵਾ। ਜਦੋਂ ਜਥੇਦਾਰ ਭਾਈ ਮਾ ਸਿੰਘ ਨੇ ਉਸ ਸਮੇਂ ਕਾਗਜ਼ ਜਿਵੇਂ ਜਿਵੇਂ ਮਹਾਰਾਜ ਨੇ ਫਾੜਿਆ, ਨੇਤਰਾਂ ਦੇ ਨਾਲ ਦਰਸ਼ਨ ਵੀ ਕਰ ਲਏ ਹਨ। ਆਇਸ ਦੇਹੋ ਪਰਲੋਕ ਸਿਧਾਵੋ। ਉਸ ਸਮੇਂ ਕਹਿਣ ਲੱਗਿਆ, ਸੱਚੇ ਪਾਤਸ਼ਾਹ ਨੂੰ ਮੈਨੂੰ ਆਗਿਆ ਬਖਸ਼ੋ, ਮੈਂ ਪਰਲੋਕ ਦੇ ਵਿੱਚ ਜਾਣਾ ਚਾਹੁੰਦਾ ਹਾਂ। ਦਰਸ਼ਨ ਕਰਤ ਅਦਕ ਫਲ ਪਾਵੋ। ਹੁਣ ਆਪ ਦੇ ਦਰਸ਼ਨ ਕਰਦਿਆਂ ਜਦੋਂ ਮੇਰੇ ਸਰੀਰ ਦਾ ਅੰਤ ਹੋਊ, ਪਤਾ ਨਹੀਂ ਫਿਰ ਇਸ ਦਾ ਮੈਨੂੰ ਕਿਤਨਾ ਫਲ ਪ੍ਰਾਪਤ ਹੋ ਜਾਣਾ ਹੈ। ਜਾਹੋ ਮਹਾ ਸਿੰਘ ਜਹ ਮਮ ਲੋਕ। ਸਤਿਗੁਰੂ ਜੀ ਕਹਿ ਲਗੇ, ਭਾਈ ਮਾਸਿਆ ਜਾ, ਤੇਰਾ ਜਿਹੜਾ ਬਾਸਾ ਉਹ ਤਾਂ ਸਾਡੇ ਲੋਕ ਦੇ ਵਿੱਚ ਸਦਾ ਦੇ ਲਈ ਹੋ ਜਾਣਾ ਹੈ। ਬਸੋ ਸਦਾ ਕਬ ਨਹਿ ਤਹਿ ਸ਼ੋਕ। ਜਿੱਥੇ ਸਦਾ ਵਾਤੇ ਉਹ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ, ਉਸ ਸੱਚਖੰਡ ਦੇ ਵਿੱਚ ਤੇਰਾ ਸਦਾ ਦੇ ਲਈ ਹੋਣ ਤੋਂ ਬਾਅਦ ਬਾਸਾ ਹੋ ਜੂਗਾ। ਤੇਰੇ ਸਾਰੇ ਜਿਹੜੇ ਜਨਮ ਮਰਨ ਦੇ ਚੱਕਰ ਵੀ ਕੱਟੇ ਗਏ ਹਨ। ਦੇ ਕਰ ਪ੍ਰਾਨ ਕੀਨ ਉਪਕਾਰ। ਸਤਿਗੁਰੂ ਜੀ ਕਹਿ ਲਗੇ ਵੀ ਤੈਂ ਇਹ ਆਪਣੇ ਨਾ ਪ੍ਰਾਣ ਕੁਰਬਾਨ ਕਰਕੇ ਤਾਂ ਫਿਰ ਮਾਝੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਜਿਹੜੇ ਪ੍ਰੇਮੀ, ਉਹਨਾਂ ਦੇ ਉੱਪਰ ਪਰਉਪਕਾਰ ਕੀਤਾ ਹੈ। ਸ਼ਹੀਦੀ ਨੂੰ ਦੇ ਕਰਕੇ ਹੀ ਦਸ਼ਮੇਸ਼ ਪਿਤਾ ਬੜੇ ਪ੍ਰਸੰਨ ਹੋਏ। ਜਥੇਦਾਰ ਭਾਈ ਮਾ ਸਿੰਘ ਦੇ ਉੱਪਰ ਵੀ ਇਹਨਾਂ ਨੇ ਬਹੁਤ ਵੱਡੀ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ। ਤਿਸ ਕੋ ਫਲ ਤੋਹੇ ਭਇਓ ਅਪਾਰ। ਸਤਿਗੁਰੂ ਜੀ ਕਹਿ ਲਗੇ ਵੀ ਉਸ ਸ਼ਹਾਦਤ ਦਾ ਜਿਹੜਾ ਫਲ ਬੜਾ ਤੈਨੂੰ ਪ੍ਰਾਪਤ ਹੋ ਜਾਣਾ ਹੈ। ਸਤਿਗੁਰ ਬਚਨ ਹੋਤ ਭਾਜਬੈ। ਜਦੋਂ ਹੁਣ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਨੇ ਆਪ ਹੀ ਇਹ ਜਵਾਨ ਤੋਂ ਬਚਨ ਕਰ ਦਿੱਤੇ ਸਨ। ਮਹਾ ਸਿੰਘ ਤਨ ਤਿਆਗਿਓ ਤਬੈ। ਉਸ ਵਕਤ ਜਥੇਦਾਰ ਭਾਈ ਮਾ ਸਿੰਘ ਨੇ ਦਸ਼ਮੇਸ਼ ਪਿਤਾ ਦਾ ਜਿਹੜਾ ਨੂਰਾਨੀ ਚਿਹਰਾ, ਉਹਦੇ ਨਾਲ ਦੀਦਾਰ ਕਰਦਿਆਂ ਇਹ ਆਪਣਾ ਜਿਹੜਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਸੀ। ਪ੍ਰਭ ਪਿਖ ਇਤ ਉਤ ਝਾੜ ਉਜਾੜ। ਉਹ ਤੋਂ ਬਾਅਦ ਸਤਿਗੁਰੂ ਜੀ ਨੇ ਜਦੋਂ ਦੇਖਿਆ ਵੀ ਅੱਖ ਦਰਾਣੇ ਦੀ ਢਾਬ ਦੇ ਆਲੇ ਦੁਆਲੇ ਬਹੁਤ ਉਜਾੜ, ਬਿਆਬਾਨ, ਵੱਡੇ ਵੱਡੇ ਝਾੜ ਨਜ਼ਰ ਆ ਰਹੇ ਹਨ। ਬੋਲੇ ਸ਼੍ਰੀ ਮੁਖ ਸੁਨੋ ਬਿਰਾੜ। ਜਿਹੜਾ ਬੈਰਾੜ ਸਿੱਖ ਮਹਾਰਾਜ ਨੇ ਆਪਣੀ ਸੈਨਾ ਦੇ ਵਿੱਚ ਰੱਖੇ ਹੋਏ ਸੀ, ਉਹਨਾਂ ਨੂੰ ਫਿਰ ਮਹਾਰਾਜ ਨੇ ਹੁਕਮ ਕੀਤਾ ਹੈ 40 ਸਿੰਘਨ ਲੋਥ ਉਠਾਵੋ। ਵੀ ਜਿਹੜੇ 40 ਮਹਾਰਾਜ ਜੀ ਬੜੇ ਗੌਰ ਸਿੱਖ ਇੱਥੇ ਸ਼ਹੀਦ ਹੋਏ ਹਨ, ਉਹਨਾਂ ਦੇ ਜਿਹੜੇ ਜਿਸਮ ਆ ਦੂਰੋਂ ਆਪਾਂ ਨੇ ਲੱਭ ਕਰਕੇ ਇੱਕ ਥਾਂ ਤੇ ਇਕੱਠੇ ਕਰਨੇ ਨੇ। ਇੰਦਨ ਗਨ ਬਟੋਰ ਕਰ ਲਿਆਵੋ। ਇਸੇ ਤਰ੍ਹਾਂ ਉਹਨਾਂ ਸਤਿਗੁਰੂ ਜੀ ਨੇ ਆਗਿਆ ਕਰਤੀ ਵੀ ਅੱਧੇ ਕੁ ਤੁਸੀਂ ਆ ਦੂਰੋਂ ਦੰਗਲਾਂ ਦੇ ਵਿੱਚੋਂ ਤੁਸੀਂ ਸੁੱਕੀਆਂ ਜਿਹੜੀਆਂ ਲੱਕੜਾਂ ਲੈ ਕਰਕੇ ਆਉਣੀਆਂ ਹਨ। ਇੱਕ ਥਲ ਦੀਰਘ ਚਿਤਾ ਬਣਾਵੋ। ਹੁਣ ਇਹਨਾਂ ਸਾਰਿਆਂ ਦੀ ਇੱਕੋ ਹੀ ਚਿਖਾ ਬਣਾ ਕਰਕੇ ਇਹਨਾਂ ਦੇ ਸਰੀਰਾਂ ਦਾ ਆਪਾਂ ਨੇ ਸੰਸਕਾਰ ਕਰਨਾ ਹੈ। ਸੰਸਕਾਰ ਹੋ ਸਭ ਬਿਲਮ ਨਾ ਲਾਵੋ। ਸਤਿਗੁਰੂ ਜੀ ਨੇ ਜਿਹੜੀ ਸੇਵਾ ਬੈਰਾੜ ਗੁਰ ਸਿੱਖਾਂ ਦੀ ਉਸੇ ਟਾਈਮ ਤੇ ਲਗਾ ਦਿੱਤੀ ਸੀ। ਜੇ ਸੰਗੀ ਸੁਨ ਕੇ ਤਤਕਾਲਾ। ਜਿਹੜੇ ਜੋਧੇ ਸੂਰਮੇ ਬੈਰਾੜ ਇਹ ਸਤਿਗੁਰੂ ਜੀ ਦੇ ਚਰਨਾਂ 'ਚ ਕਾਫੀ ਟਾਈਮ ਤੋਂ ਰਹਿਣ ਲੱਗ ਪਏ ਸਨ। ਸੂਕੇ ਕਾਸ਼ਟ ਸੰਚ ਵਿਸਾਲਾ। ਕਈਆਂ ਨੇ ਵੱਡੀਆਂ ਜਿਹੜੀਆਂ ਸੁੱਕੀਆਂ ਲੱਕੜਾਂ ਜੰਗਲਾਂ ਦੇ ਵਿੱਚੋਂ ਇਕੱਠੀਆਂ ਕਰ ਲਈਆਂ ਸੀ। ਬੀਨ ਬੀਨ ਸਿੰਘਨ ਕਹੋ ਆਨਾ। ਜਿੱਦਾਂ ਵੀ ਦੂਰ ਤੱਕ ਖਦਰਾਣੇ ਦੀ ਢਾਬ ਦੇ ਆਲੇ ਦੁਆਲੇ ਇਹਨਾਂ ਦੇ ਜਿਹੜੇ ਸਰੀਰ ਖਿਲਰੇ ਪਏ ਸੀ।
ਪਰਿਓ ਸਮੂਹ ਮਰਿਓ ਤੁਰਕਾਨਾ। ਜਿੱਥੇ ਹੁਣ ਹਜ਼ਾਰਾਂ ਦੀ ਗਿਣਤੀ 'ਚ ਧਰਤੀ ਦੇ ਉੱਪਰ ਤੁਰਕ ਵੀ ਮੁਗਲ ਪਠਾਨ ਇਹ ਬੜੇ ਮਰੇ ਪਏ ਸਨ। ਲਰੇ ਮਰੇ ਮਿਲ ਤਿੰਨ ਮੋਹ ਪਰੇ। ਹੁਣ ਉਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੀਆਂ ਲੋਥਾਂ 'ਚ ਇਹਨਾਂ ਬੇਰਮਾਰ ਜੀਵੜੇ ਗੁਰ ਸਿੱਖਾਂ ਦੇ ਸਰੀਰ ਵੀ ਉਸੇ ਤਰ੍ਹਾਂ ਰਲੇ ਮਿਲੇ ਬੜੀ ਦੂਰ ਤੱਕ ਪਏ ਸਨ। ਜਹ ਸੰਗਰਾਮ ਖੇਤ ਵੱਢ ਕਰੇ। ਹੁਣ ਜਿੱਥੇ ਤੁਰਕਾਂ ਮੁਗਲਾਂ ਪਠਾਨਾਂ ਦੀਆਂ ਲੋਥਾਂ ਦੇ ਬੜੇ ਬੜੇ ਢੇਰ ਲੱਗੇ ਹੋਏ ਸੀ। ਬਹੁ ਸਿੰਘਨ ਤਤਕਾਲ ਉਠਾਏ। ਉਸ ਵਕਤ ਬੈਰਾੜ ਗੁਰ ਸਿੱਖਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਜਿਹੜੇ ਸਰੀਰ ਚਾਰੇ ਪਾਸੇ ਦੌਰ ਦੌਰ ਤੱਕ ਫੇਰ ਕਰਕੇ ਲੱਭ ਲਏ ਸਨ। ਵੱਡੀ ਚਿਤਾ ਕੇ ਵਿੱਚ ਟਿਕਾਏ। ਹੁਣ ਸਾਰਿਆਂ ਦੇ ਜਿਹੜੇ ਜਿਸਮ ਜਿਹੜੇ 40 ਕਦੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਬਹੁਤ ਵੱਡੀ ਚਿਖਾ ਬਣਾ ਕਰਕੇ ਉਹਦੇ ਵਿੱਚ ਟਿਕਾ ਦਿੱਤਾ ਹੈ। ਉਪਰ ਸਮਦਾ ਧਰੀ ਧਰ ਸਮੁਦਾਈ। ਜਿਵੇਂ ਮ੍ਰਿਤਕ ਪ੍ਰਾਣੀਆਂ ਦਾ ਸੰਸਕਾਰ ਕਰਨ ਦੇ ਲਈ ਚਿਖਾ ਤਿਆਰ ਕੀਤੀ ਜਾਂਦੀ ਹੈ। ਅੱਧੀਆਂ ਕੁ ਲੱਕੜਾਂ ਥੱਲੇ ਰੱਖ ਦਿੱਤੀਆਂ ਤੇ ਅੱਧੀਆਂ ਕੋਨਾਂ ਦੇ ਵਿੱਚੋਂ ਇਹਨਾਂ ਦੇ ਸਰੀਰਾਂ ਦੇ ਉੱਪਰ ਪਾ ਦਿੱਤੀਆਂ ਨੇ। ਕਰ ਅਗਨੀ ਪਰ ਜਵਲਤ ਲਗਾਈ। ਉਸ ਸਮੇਂ ਦਸ਼ਮੇਸ਼ ਪਿਤਾ ਨੇ ਆਪਣੇ ਕਰ ਕਮਲਾ ਦੇ ਨਾਲ ਫਿਰ ਚੰਡਾ ਲਗਾਇਆ ਸੀ। ਆਪ ਖਰੇ ਸਤਿਗੁਰ ਤਹਿ ਭਏ। ਆਪ ਦਸ਼ਮੇਸ਼ ਪਿਤਾ ਇਹਨਾਂ ਦੀ ਚਿਖਾ ਦੇ ਸਾਹਮਣੇ ਖੜੇ ਸਨ। ਭਸਮ ਦੇਹ ਸਗਰੇ ਕਰ ਦਏ। ਥੋੜੇ ਟਾਈਮ ਦੇ ਅੰਦਰ ਅੰਦਰ ਇਹਨਾਂ ਦੇ ਸਰੀਰ ਜਿਹੜੇ ਬਿਲਕੁਲ ਸੰਸਕਾਰ ਹੋ ਚੁੱਕੇ ਸੀ। ਮਹਿਮਾ ਅਦਕ ਸਰੋਵਰ ਕੇਰੀ। ਸਤਿਗੁਰੂ ਜੀ ਨੇ ਇਸ ਖਿਦਰਾਣੇ ਦੀ ਜਿਹੜੀ ਢਾਵ ਹੈ ਉਹਦੀ ਮਹਿਮਾ ਵਡਿਆਈ ਆਪਣੀ ਰਸਨਾ ਤੋਂ ਕਥਨ ਕੀਤੀ ਸੀ। ਸ਼੍ਰੀ ਮੁਖ ਤੇ ਬਰਨੀ ਬਹੁ ਤੇਰੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜਗ੍ਹਾ ਦਾ ਬਹੁਤ ਵੱਡਾ ਮਹਾਤਮ ਆਪਣੇ ਨੂਰਾਨੀ ਚਿਹਰੇ ਤੋਂ ਕਥਨ ਕੀਤਾ ਸੀ। ਜਹ ਰਿਖ ਏਕ ਸਾਧ ਤਪ ਮਰੈ। ਮਹਾਰਾਜ ਕਹਿਣ ਲੱਗੇ ਐ ਗੁਰ ਸਿੱਖੋ ਜਿੱਥੇ ਵੀ ਕੋਈ ਨਾ ਸਾਧੂ ਮਹਾਤਮਾ ਜਾਂ ਰਿਸ਼ੀ ਮੁਨੀ ਬਹੁਤ ਲੰਮਾ ਸਮਾਂ ਤਪੱਸਿਆ ਕਰਦਿਆਂ ਨਾ ਮਰ ਜਾਂਦਾ ਹੈ। ਪੁੰਨ ਸਥਾਨ ਤਾਹੇ ਜਗ ਰਰੈ। ਫਿਰ ਜਿਹੜੇ ਦੁਨਿਆਵੀ ਪ੍ਰਾਣੀ ਕਹਿ ਦਿੰਦੇ ਨੇ ਵੀ ਤਾਂ ਜਗ੍ਹਾ ਧਰਤੀ ਪਵਿੱਤਰ ਹੋ ਗਈ। ਜਿੱਥੇ ਹੁਣ ਬੈਠ ਕਰਕੇ ਰਿਸ਼ੀਆਂ ਮੁਨੀਆਂ ਨੇ ਬੜੀ ਸਾਧਨਾ ਕੀਤੀ ਹੈ ਜਿਹੜੇ ਹਰ ਵਕਤ ਭਗਵਾਨ ਦੀ ਭਗਤੀ ਦੇ ਵਿੱਚ ਦਿਨ ਰਾਤ ਜੁੜੇ ਰਹਿੰਦੇ ਸੀ। ਵੀ ਇਹ ਜਿਹੜੀ ਜਗ੍ਹਾ ਇਹ ਜਿਹੜੀ ਧਰਤੀ ਬੜੀ ਪਵਿੱਤਰ ਬਣ ਚੁੱਕੀ ਹੈ। ਇਸ ਥਲ ਸਿੰਘ ਸਿਦਕ ਬਹੁ ਵੱਡੇ। ਸਤਿਗੁਰੂ ਜੀ ਕਹਿਣ ਲੱਗੇ ਵੀ ਇੱਥੇ ਤਾਂ ਹੁਣ ਦੇਖੋ 40 ਸਿੰਘਾਂ ਨੇ ਕਿਤਨੀ ਬੜੀ ਮਹਾਨ ਸ਼ਹਾਦਤ ਦਿੱਤੀ ਹੈ। ਲਰ ਤੁਰਕਨ ਮਨ ਤਨ ਸਭ ਛੱਡੇ। ਜਿਨ੍ਹਾਂ ਨੇ ਧਰਮ ਦਾ ਯੁੱਧ ਕਰਦਿਆਂ ਦੇਖੋ ਆਪਣੇ ਪ੍ਰਾਣਾਂ ਦੀ ਵੀ ਕੋਈ ਮਨ ਦੇ ਵਿੱਚ ਪਰਵਾਹ ਨਹੀਂ ਕੀਤੀ ਸੀ। ਮਕਰ ਸੰਕਰ ਖਣ ਅਰਕੀ ਹੋਏ। ਸਤਿਗੁਰੂ ਜੀ ਨੇ ਬਚਨ ਕੀਤਾ ਵੀ ਇਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਜਦੋਂ ਆਊਗਾ ਨਾ ਮਾਘ ਦਾ ਮਹੀਨਾ ਬਹੁਤ ਵੱਡਾ ਜੋੜ ਮੇਲਾ ਭਰਿਆ ਕਰੇਗਾ। ਇਹ ਜਿਹੜਾ ਯੁੱਧ ਭਾਵੇਂ 22 ਵਿਸਾਖ 1762 ਵਿਕਰਮੀ ਸੰਮਤ ਗਰਮੀ ਦੇ ਮਹੀਨੇ ਦੇ ਵਿੱਚ ਹੋਇਆ ਸੀ। ਪਰ ਭਾਈ ਲੰਗਰ ਸਿੰਘ ਜਿਹੜੇ ਉਸ ਸਮੇਂ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਹਾਜ਼ਰ ਸਨ, ਕਾਫੀ ਸਮੇਂ ਤੋਂ ਬਾਅਦ ਇਹਨਾਂ ਸ਼ਹੀਦ ਸਿੰਘਾਂ ਦੇ ਪਾਵਨ ਜੋ ਸਥਾਨ ਦੀਆਂ ਨਿਸ਼ਾਨੀਆਂ ਦਿਖਾ ਕਰਕੇ ਥੋੜੀ ਜੀ
ਯਾਦਗਾਰ ਕਾਇਮ ਕੀਤੀ। ਭਾਈ ਲੰਗਰ ਸਿੰਘ ਨੇ ਖਾਲਸੇ ਦੇ ਨਾਲ ਮਿਲ ਕਰਕੇ ਗੁਰਮਤਾ ਕੀਤਾ ਵੀ ਇਹ ਜਿਹੜੀ ਧਰਤੀ ਹੈ, ਇਲਾਕਾ ਬੜਾ ਰੋਈਆਂ ਬਿਆਬਾਨ ਜੰਗਲਾਂ ਦੇ ਸਮਾਂ ਤਾਂ ਬਣੀ ਹੋਈ ਹੈ ਵੀ ਇੱਥੇ ਪਾਣੀ ਦੀ ਹੈ ਬਹੁਤ ਜ਼ਿਆਦਾ ਕਿੱਲਤ। ਗਰਮੀ ਦੇ ਮਹੀਨੇ ਦੇ ਵਿੱਚ ਜੇ ਆਪਾਂ ਇਹਨਾਂ ਦੀ ਯਾਦਗਾਰ ਮਨਾਈ ਉਸ ਸਮੇਂ ਪ੍ਰੇਮੀਆਂ ਨੂੰ ਬੜੀ ਮੁਸ਼ਕਲ ਖੜੀ ਹੋ ਜਾਣੀ ਹੈ। ਹੁਣ ਚਾਰੇ ਪਾਸੇ ਕਿਤੋਂ ਪਾਣੀ ਪੀਣ ਵਾਸਤੇ ਤਾਂ ਮਿਲਦਾ ਨਹੀਂ। ਭਾਈ ਲੰਗਰ ਸਿੰਘ ਨੇ ਖਾਲਸੇ ਦੇ ਨਾਲੇ ਫਿਰ ਗੁਰਮਤਾ ਕਰਦਿਆਂ ਹੋਇਆਂ ਜੋ ਵੀ ਇਹਨਾਂ ਮਹਾਨ ਸ਼ਹੀਦ ਸਿੰਘਾਂ ਦੀ ਯਾਦਗਾਰ ਮਨਾਉਣ ਦੇ ਲਈ ਮੇਲਾ ਮਾਘ ਦੇ ਮਹੀਨੇ ਮਾਘੀ ਵਾਲੇ ਦਿਨ ਆਪਣੇ ਵੱਲੋਂ ਨਿਯਤ ਕੀਤਾ ਸੀ। ਵਰਤਮਾਨ ਸਮੇਂ ਦੇ ਵਿੱਚ ਵੀ ਜਦੋਂ ਇਹ ਮਾਘੀ ਦਾ ਦਿਨ ਆਉਂਦਾ ਹੈ ਉਸ ਟਾਈਮ 'ਤੇ ਕਿਤਨੇ ਜਿਹੜੇ ਗੁਰੂ ਕੇ ਪਿਆਰੇ ਦੇਸ਼ਾਂ ਵਿਦੇਸ਼ਾਂ 'ਚੋਂ ਆ ਕਰਕੇ ਸੰਗਤਾਂ ਆਪਣੇ ਵੱਲੋਂ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦੀਆਂ ਹਨ। ਉਸ ਵਾਦੇ ਵਚਨ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਕੀਤੇ ਸੀ। ਆਨ ਸ਼ਨਾਨ ਹੈ ਜੇ ਨਰ ਕੋਏ। ਵੀ ਜਿਹੜਾ ਪ੍ਰੇਮੀ ਜਿਹੜਾ ਗੁਰਸਿੱਖ ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ ਸ਼ਰਧਾ ਭਾਵਨਾ ਦੇ ਸਹਿਤ ਇਸ ਦਿਨ ਇਸ ਸਰੋਵਰ ਦੇ ਵਿੱਚ ਆ ਕਰਕੇ ਇਸ਼ਨਾਨ ਕਰੇਗਾ। ਮਨੋ ਕਾਮਨਾ ਪ੍ਰਾਪਤ ਸੋ। ਗੁਰਸਿੱਖਾਂ ਦੀਆਂ ਇੱਥੇ ਆ ਕਰਕੇ ਮਨ ਦੀਆਂ ਜਿਹੜੀਆਂ ਮਨੋ ਕਾਮਨਾ ਵੀ ਪੂਰਨ ਹੋਣੀਆਂ ਹਨ। ਬਾਪ ਕਰੇ ਗਨ ਭਏ ਸਭ ਖੋਊ। ਜਿਹੜੇ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਨ ਵਾਲੇ ਗੁਰਮੁਖ ਉਹਨਾਂ ਦੇ ਤਾਂ ਫਿਰ ਇੱਥੇ ਵੱਡੇ ਵੱਡੇ ਪਾਪ ਦਗਧ ਹੋ ਜਾਣੇ ਹਨ। ਉਸ ਸਮੇਂ ਤਾਂ ਇਹ ਬਹੁਤ ਵੱਡੀ ਟਾਵ ਪਈ ਸੀ ਜੰਗਲ ਦਾ ਇਲਾਕਾ ਹੋਣ ਦੇ ਕਾਰਨ ਸਮਾਂ ਪਾ ਕੇ ਹੁਣ ਕਿਤਨਾ ਵੱਡਾ ਸਰੋਵਰ ਉਹਨਾਂ ਦੀ ਯਾਦ ਦੇ ਵਿੱਚ ਬਣ ਚੁੱਕਿਆ ਹੈ। ਬੰਦ ਹੈ ਗੰਜ ਸ਼ਹੀਦਨ ਕੇਰਾ। ਜਿਹੜੇ ਵੀ ਸੇਵਕ ਦਾਸ ਇਹਨਾਂ ਮਾਨ ਸ਼ਹੀਦਾਂ ਦੇ ਸਥਾਨ 'ਤੇ ਆ ਕਰਕੇ ਮੱਥਾ ਟੇਕਣਗੇ। ਧਨ ਦੇਵ ਹੈ ਨਿਤ ਵਧ ਹੈ ਵਧੇਰਾ। ਸਤਿਗੁਰੂ ਜੀ ਕਹਿਣ ਲੱਗੇ ਵੀ ਇਸ ਸਥਾਨ ਦੀ ਸਮਾਂ ਪਾ ਕਰਕੇ ਬੜੀ ਚੜ੍ਹਦੀ ਕਲਾ ਗੁਰ ਸਿੱਖਾਂ ਦੇ ਵਿੱਚ ਹੋ ਜਾਣੀ ਹੈ। ਅਬ ਤੇ ਨਾਮ ਮੁਕਤ ਸਰ ਹੋਏ। ਹੁਣ ਤੋਂ ਬਾਅਦ ਇਹਨਾਂ ਨਾਮ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਗੁਰ ਸਿੱਖਾਂ 'ਚ ਮੁਕਤ ਸਰ ਪੱਕ ਜਾਏਗਾ। ਖਿਦਰਾਣਾ ਇਸ ਕਹੇ ਨ ਕੋਈ। ਹੁਣ ਤਾਂ ਕਹਿੰਦੇ ਨਾ ਇਹਨੂੰ ਸਾਰੇ ਇਲਾਕੇ 'ਚ ਵੀ ਬਹੁਤ ਵੱਡੀ ਖਿਦਰਾਣੇ ਦੀ ਢਾਹ ਪਈ ਹੈ, ਪਰ ਆਉਣ ਵਾਲੇ ਸਮੇਂ 'ਚ ਇਹਦਾ ਜਿਹੜਾ ਨਾਮ ਮੁਕਤ ਸਾਰੀ ਚਾਰੇ ਪਾਸੇ ਸੰਗਤਾਂ ਦੇ ਵਿੱਚ ਪ੍ਰਸਿੱਧ ਹੋ ਜਾਣਾ ਹੈ। ਇਸ ਥਲ ਮੁਕਤ ਭਏ ਸਿੱਖ ਚਾਲੀ। ਜਿੱਥੇ ਹੁਣ ਮਹਾਨ ਧਰਮ ਦਾ ਯੁੱਧ ਕਰਦਿਆਂ 40 ਯੋਧੇ ਸੂਰਮਿਆਂ ਨੇ ਮੁਕਤੀ ਪ੍ਰਾਪਤ ਕੀਤੀ ਸੀ। ਜੇ ਨਿਸ਼ਪਾਪ ਘਾਲ ਬਹੁ ਘਾਲੀ। ਜਿਨ੍ਹਾਂ ਨੇ ਪਵਿੱਤਰ ਮਨਾਂ ਦੇ ਨਾਲ ਆ ਕਰਕੇ ਕਿਤਨੀ ਇੱਥੇ ਵੱਡੀ ਘਾਲਣਾ ਘਾਲੀ ਹੈ। ਜਾਂ ਤੇ ਨਾਮ ਮੁਕਤ ਸਰ ਹੋਵਾ। ਦਸ਼ਮੇਸ਼ ਪਿਤਾ ਨੇ ਵਚਨ ਕਰਦੇ ਉਸੇ ਬਾਤ ਵੀ ਦਾ ਨਾਮ ਸਹਿਜੇ ਸਹਿਜੇ ਚਾਰੇ ਪਾਸੇ ਮੁਕਤ ਸਾਰੀ ਖਾਲਸੇ ਦੇ ਵਿੱਚ ਬੜਾ ਪਰਪੱਕ ਹੋ ਜਾਣਾ ਹੈ। ਜੋ ਮੱਝ ਹੈ ਤਨਹੀ ਅਗ ਖੋਵਾ। ਜਿਹੜਾ ਵੀ ਗੁਰ ਸਿੱਖ ਪ੍ਰੇਮੀ ਆ ਕਰਕੇ ਕਰੂ ਇਸ਼ਨਾਨ ਉਹਨਾਂ ਦੇ ਵੱਡੇ ਵੱਡੇ ਪਾਪੀ ਇੱਥੇ ਨਸ਼ਟ ਹੋ ਜਾਣੇ ਹਨ। ਆਸ ਮਹਿਮਾ ਸ਼੍ਰੀ ਮੁਖ ਤੇ ਕਹੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵਕਤ ਇਸ ਖਿਦਰਾਣੇ ਦੀ ਢਾਬ ਦੀ ਜਿਹੜੀ ਮਹਿਮਾ ਬੜਾਈ ਤਾਰੀਫ ਰਸਨਾ ਤੋਂ ਉਚਾਰਨ ਕੀਤੀ ਸੀ। ਸੋ ਅਬ ਪ੍ਰਗਟ ਜਗਤ ਮੈਂ ਸਹੀ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਉਹ ਮਹਾਰਾਜ ਦੇ ਜਿਹੜੇ ਕੀਤੇ ਹੋਏ ਵਚਨ
ਹੁਣ ਸਾਰੇ ਸੰਸਾਰ ਦੇ ਵਿੱਚ ਸਾਹਮਣੇ ਪ੍ਰਗਟ ਹੋ ਗਏ ਹਨ। ਦੋਹਰਾ ਦਾਹ ਕਰੇ ਸਿੱਖ ਖਰੇ ਗੁਰ, ਏਕ ਸਿੰਘ ਤਬ ਆਏ। ਜਿਆਦਾ ਦਸ਼ਮੇਸ਼ ਪਿਤਾ ਨੇ ਆਪ ਇਹਨਾਂ ਸਾਰਿਆਂ ਦਾ ਪਾਸ ਖੜਿਆ ਹੋ ਕੇ ਸੰਸਕਾਰ ਕੀਤਾ ਸੀ। ਹਾਥ ਜੋਰ ਬੋਲਤ ਭਇਓ, ਨਾਰ ਪਰੀ ਇੱਕ ਥਾਏ। ਉਹ ਸਮੇਂ ਇੱਕ ਪ੍ਰੇਮੀ ਨੇ ਆ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਆ ਮੈਦਾਨੇ ਜੰਗ ਦੇ ਵਿੱਚ ਇੱਕ ਬੀਬੀ ਵੀ ਲੜਦੀ ਹੋਈ ਬਹੁਤ ਜ਼ਿਆਦਾ ਜ਼ਖਮੀ ਹੋ ਚੁੱਕੀ ਹੈ। ਚੌਪਈ ਲਖੀਅਤ ਲਰੀ ਸੰਗ ਤੁਰਕਾਨੇ। ਉਹਦੇ ਸਰੀਰ ਦੇ ਜ਼ਖਮਾਂ ਤੋਂ ਪਤਾ ਲੱਗਦਾ ਵੀ ਇਹਨੇ ਵੀ ਆ ਕਰਕੇ ਤੁਰਕਾਂ ਦੇ ਨਾਲ ਬਹੁਤ ਵੱਡਾ ਘਮਸਾਨ ਦਾ ਜੰਗ ਕੀਤਾ ਹੋਏਗਾ। ਕੇਤਕ ਘਾਉ ਲੱਗੇ ਤਨ ਜਾਣੇ। ਮਹਾਰਾਜ ਜਿਹਦੇ ਸਰੀਰ ਦੇ ਉੱਪਰ ਥਾਂ ਤੇ ਵੱਡੇ ਜ਼ਖਮ ਲੱਗੇ ਹੋਏ ਹਨ। ਰਹੀ ਜੀਵਤੀ ਬਿਹਬਲ ਨਾਹੀ। ਅਜੇ ਤੱਕ ਉਸ ਦੇ ਜਿਹੜੇ ਸਵਾਸ ਪਹਿਲਾਂ ਦੇ ਸਮਾਨ ਚੱਲ ਰਹੇ ਹਨ। ਸ਼੍ਰੀ ਪ੍ਰਭ ਆਪ ਦੇਖੀਐ ਹੈ ਤਾਹੀ। ਇਹ ਗਰੀਬ ਨਵਾਜ ਸੱਚਾ ਪਾਤਸ਼ਾਹ ਆਪ ਜਾ ਕਰਕੇ ਦੇ ਉੱਪਰ ਦ੍ਰਿਸ਼ਟੀ ਪਾਓ। ਇਹਨੇ ਵੀ ਬਹੁਤ ਵੱਡੀ ਜ਼ਹਿਰੀ ਬਹਾਦਰੀ ਇਹਨਾਂ ਸਿੰਘਾਂ ਦੇ ਨਾਲ ਆ ਕਰਕੇ ਦਿਖਾਈ ਹੈ। ਸੁਣ ਗੁਰ ਮੰਦ ਮੰਦ ਮੁਸਕਾਏ। ਸੁਣ ਕਰਕੇ ਦਸ਼ਮੇਸ਼ ਪਿਤਾ ਆਪਣੇ ਨੂਰਾਨੀ ਚਿਹਰੇ ਤੋਂ ਸਹਿਜੇ ਮੁਸਕਰਾਉਣ ਲੱਗ ਪਏ ਸੀ। ਗਮਨੇ ਤਹ ਸਿੱਖ ਕਰ ਅਗਵਾਏ। ਉਸ ਗੌਰ ਸਿੱਖ ਨੂੰ ਮਹਾਰਾਜ ਅੱਗੇ ਲਗਾ ਕਰਕੇ ਪਿੱਛੇ ਤੁਰ ਪਏ ਹਨ। ਝਾਰਨ ਬੀਚ ਪਰੀ ਪਟ ਫੱਟੇ। ਹੁਣ ਜਿਸ ਦੇ ਭਾਵੇਂ ਕਈ ਥਾਵਾਂ ਤੋਂ ਬਾਤਰ ਫਟ ਚੁੱਕੇ ਹਨ, ਉਹ ਵੀ ਇਹਨਾਂ ਜ਼ੋਦਾ ਬਹਾਦਰਾਂ ਦੇ ਸਮਾਨ ਝਾੜਾਂ 'ਚ ਪਈ ਸੀ। ਕੇਤਕ ਸ਼ਸਤਰ ਲੱਗੇ ਪਲ ਕੱਟੇ। ਹੁਣ ਜਿਸ ਦੇ ਅੰਗਾਂ ਦੇ ਉੱਪਰ ਥਾਂ ਤੇ ਸਾਤਰਾਂ ਦੇ ਜਿਹੜੇ ਬਾਰ ਵੀ ਲੱਗੇ ਹੋਏ ਸਾਹਮਣੇ ਦਿਸ ਰਹੇ ਹਨ। ਜਾਏ ਖਰੇ ਸਤਿਗੁਰੂ ਨਿਹਾਰੀ। ਜਿਆਦਾ ਸਤਿਗੁਰੂ ਜੀ ਨੇ ਜਾ ਕਰਕੇ ਮਾਤਾ ਭਾਗੋ ਜੀ ਦੇ ਉੱਪਰ ਆਪਣੀ ਮੇਰਾ ਭਰੀ ਦ੍ਰਿਸ਼ਟੀ ਪਾਈ ਹੈ। ਸ਼੍ਰੀ ਮੁਖ ਤੇ ਮੁਸਕਾਏ ਉਚਾਰੀ। ਉਸ ਸਮੇਂ ਦੇ ਕਰਕੇ ਸਤਿਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਇਹ ਬੜੇ ਬਿਸਮਾਦ ਵਾਲੇ ਜਿਹੜੇ ਬਚਨ ਕੀਤੇ ਸੀ। ਪੁੱਤਾਂ ਕਾਰਨ ਆਈ ਹੈ ਪੀਰੀ। ਇਹ ਮਾਤਾ ਭਾਗੋ ਸਿੰਘਾਂ ਦੇ ਨਾਲ ਇਹ ਪੁੱਤਰ ਦੀ ਜਿਹੜੀ ਦਾਤ ਲੈਣ ਵਾਸਤੇ ਆਈ ਸੀ। ਸੁਥਣ ਲਾਹੇ ਲਈ ਬੇਪੀਰੀ। ਪਰ ਇੱਥੇ ਆ ਕਰਕੇ ਨੇ ਜਦੋਂ ਸਰੀਰ ਦੇ ਉੱਪਰ ਮਰਦਾਂ ਵਾਲਾ ਪੈਕ ਧਾਰਨ ਕਰਕੇ ਉਸ ਸਮੇਂ ਤੁਰਕਾਂ ਮੁਗਲਾਂ ਪਠਾਨਾਂ ਦਾ ਅੱਗੇ ਹੋ ਕਰਕੇ ਬੜਾ ਮੁਕਾਬਲਾ ਕੀਤਾ ਸੀ। ਇਮ ਕਹਿ ਕਰੁਣਾ ਦ੍ਰਿਸ਼ਟ ਨਿਹਾਰੀ। ਇਹ ਜਦੋਂ ਦਸ਼ਮੇਸ਼ ਪਿਤਾ ਨੇ ਮਾਤਾ ਭਾਗੋ ਜੀ ਦੇ ਸਰੀਰ ਦੇ ਉੱਪਰ ਆਪਣੀ ਮੇਰਾ ਭਰੀ ਦ੍ਰਿਸ਼ਟੀ ਪਾ ਦਿੱਤੀ ਹੈ। ਤਨ ਘਾਵਨ ਕੀ ਪੀਰ ਬਿਦਾਰੀ। ਉਸੇ ਵਕਤ ਵੱਡਾ ਜਿਹੜੇ ਜ਼ਖਮ ਹੋਏ ਪਏ ਸੀ ਸਰੀਰ ਤੇ, ਸਾਰਿਆਂ ਦੀ ਪੀੜਾ ਸਾਰਿਆਂ ਦਾ ਦੁੱਖ ਮਹਾਰਾਜ ਨੇ ਖਤਮ ਕਰ ਦਿੱਤਾ ਸੀ। ਉੱਠ ਤੂੰ ਚੱਲੀ ਹੈ ਸੰਗ ਹਮਾਰੇ। ਸਤਿਗੁਰੂ ਜੀ ਕਹਿ ਲਗੇ, ਬੀਬਾ ਉੱਠ, ਤੈ ਹੁਣ ਸਾਡੇ ਨਾਲ ਹੀ ਅੱਗੇ ਨੂੰ ਜਾਣਾ ਹੈ। ਚਹਿ ਮਨੋਰਥ ਪੁਰਵੈ ਸਾਰੇ। ਜੋ ਤੇਰੇ ਮਨ ਦੇ ਮਨੋਰਥ ਉਹ ਵੀ ਸਾਰੇ ਪੂਰੇ ਹੋ ਜਾਣੇ ਹਨ। ਸੁਨ ਕਰ ਉੱਠੀ ਬੰਦਨਾ ਠਾਨੀ। ਜਦੋਂ ਜ਼ਖਮਾਂ ਦੀ ਪੀੜਾ ਹਟ ਗਈ, ਇਹਨੇ ਵੀ ਉੱਠ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਸੀ। ਅਦਕ ਆਨੰਦਤ ਗਿਰਾ ਬਖਾਨੀ। ਬੜੇ ਆਨੰਦ ਦੇ ਸਹਿਤ ਹੋ ਕੇ ਮਾਤਾ ਭਾਗੋ ਜੀ ਨੇ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖਿਆ। ਇਹਨਾਂ ਦੀ ਪ੍ਰੇਰਨਾ ਦੁਆਰਾ ਹੀ ਇਹ ਜਥੇਦਾਰ ਭਾਈ ਮਹਾ ਸਿੰਘ ਇਹ ਜਿਹੜਾ ਬੇਦਾਵੇ ਵਾਲਾ ਕਾਗਜ਼ ਪੜਵਾਉਣ ਦੇ ਲਈ ਆਪਣੇ ਚਵਾਲ ਪਿੰਡ ਤੋਂ ਚੱਲ ਕੇ
ਉਹ ਜੰਗਲ ਦੇ ਇਲਾਕੇ ਦੇ ਵਿੱਚ ਪਹੁੰਚੇ ਸੀ। ਮਾਤਾ ਭਾਗੋ ਨੇ ਜਦੋਂ ਬੜੀਆਂ ਲਾਹਨਤਾਂ ਬੜੀਆਂ ਫਟਕਾਰਾਂ ਪਾਈਆਂ ਵੀ ਤੁਹਾਡੇ ਨਾਲੋਂ ਤਾਂ ਆ ਇਸਤਰੀਆਂ ਹੀ ਚੰਗੀਆਂ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਮਰਨ ਦਾ ਡਰ ਭੈ ਪੈਦਾ ਨਹੀਂ ਹੋਇਆ। ਰੋਜ਼ ਦੀ ਰੋਜ਼ ਜਦੋਂ ਇਹੋ ਜਿਹੇ ਤਾਨੇ ਮਿਹਣੇ ਸੁਣ ਕਰਕੇ ਜਥੇਦਾਰ ਭਾਈ ਮਾਨ ਸਿੰਘ ਸੋਚਣ ਲੱਗੇ ਵੀ ਅੱਦੋਂ ਤਾਂ ਜੇ ਮੈਂ ਆਨੰਦਪੁਰ ਦੀ ਧਰਤੀ 'ਤੇ ਸ਼ਹੀਦ ਹੋ ਜਾਂਦਾ ਤਾਂ ਚੰਗਾ ਸੀ। ਇੱਥੇ ਤਾਂ ਹੁਣ ਇਹ ਮਿਹਣੇ ਸੁਣਨੇ ਸਾਨੂੰ ਬੜੇ ਮੁਸ਼ਕਲ ਹੋ ਗਏ ਹਨ। ਅਸੀਂ ਤਾਂ ਜਿਉਂਦੇ ਜੀ ਆ ਮੁਰਦਿਆਂ ਦੇ ਸਮਾਨ ਬਣ ਚੁੱਕੇ ਹਾਂ। ਜਦੋਂ ਮਾਤਾ ਭਾਗੋ ਜੀ ਨੇ ਇਹੋ ਜਿਹੇ ਮਿਹਣੇ ਮਾਰੇ, ਫਿਰ ਇਹਨਾਂ ਦੇ ਮਨ ਦੇ ਅੰਦਰ ਬੇਦਾਵਾ ਪੜਵਾਉਣ ਦੇ ਲਈ ਬੜਾ ਉਤਸ਼ਾਹ ਬੜਾ ਉਦਮ ਪੈਦਾ ਹੋਇਆ ਸੀ। ਜਬ ਮਾਝੇ ਤੇ ਸਿੱਖ ਗਨ ਚੱਲੇ। ਜਦੋਂ ਮਾਝੇ ਦੇ ਇਲਾਕੇ 'ਚ ਚਾਰੇ ਪਾਸਿਆਂ ਤੋਂ ਇਹ ਜਿਹੜੀ 200 ਦੀ ਗਿਣਤੀ ਪਹਿਲਾਂ ਹੀ ਕਥਾ ਦੇ ਵਿੱਚ ਆ ਚੁੱਕੀ ਹੈ। ਰਾਵਰ ਕੇ ਦਰਸ਼ਨ ਹਿਤ ਮਿਲੇ। ਹੁਣ ਮਾਤਾ ਭਾਗੋ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਇਹਨਾਂ ਦੇ ਨਾਲ ਤਿਆਰ ਹੋ ਗਈ ਸੀ। ਤਬ ਮੈਂ ਸੁਤ ਕੀ ਧਰ ਉਰ ਆਸਾ। ਕਹਿ ਲੱਗੀ ਸੱਚੇ ਪਾਤਸ਼ਾਹ ਸੋਚਿਆ ਵੀ ਚਲੋ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ 'ਚੋਂ ਮੈਨੂੰ ਆ ਪੁੱਤ ਦੀ ਦਾਤ ਵੀ ਪ੍ਰਾਪਤ ਹੋ ਸਕਦੀ ਹੈ। ਪਹੁੰਚੀ ਆਏ ਤੁਮਾਰੇ ਪਾਸਾ। ਜਥੇਦਾਰ ਭਾਈ ਮਾਨ ਸਿੰਘ ਦੇ ਨਾਲ ਮਿਲ ਕਰਕੇ ਮੈਂ ਵੀ ਫਿਰ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋ ਗਈ ਸੀ। ਇਹਾਂ ਲਰਨ ਕੋ ਕਾਰਨ ਹੇਰਾ। ਜਦੋਂ ਹੁਣ ਇੱਥੇ ਖਦਰਾਣੇ ਦੀ ਟਾਪ ਤੇ ਦੇਖਿਆ ਵੀ ਜਿਹੜੇ ਤੁਰਕ ਮੁਗਲ ਪਠਾਨ ਇਹ ਤਾਂ ਮਾਰੋ ਮਾਰ ਕਰਦੇ ਹੋਏ ਸਤਿਗੁਰੂ ਜੀ ਦੇ ਬਲ ਵੱਧ ਰਹੇ ਹਨ। ਇਹਨਾਂ ਨੇ ਵੀ ਹੁਣ ਧਰਮ ਦਾ ਜਿਹੜਾ ਜੰਗ ਕਰਨ ਦੇ ਲਈ ਆਪਣੇ ਕਮਰ ਕਸੇ ਕਰ ਲਏ ਸਨ। ਗੁਰ ਹਿਤ ਉਮਕਿਓ ਹੀਏ ਕਨੇਰਾ। ਸੱਚੇ ਪਾਤਸ਼ਾਹ ਵੀ ਕੁਰਬਾਨੀ ਦੇਣ ਦੇ ਲਈ ਨਾ ਮੇਰੇ ਮਨ ਦੇ ਵਿੱਚ ਵੀ ਉਸ ਸਮੇਂ ਬੜਾ ਵੀਰਸ ਪੈਦਾ ਹੋ ਗਿਆ ਸੀ। ਮਿਲ ਸਿੰਘਨ ਕੇ ਸੰਗ ਇਥਾਈ। ਇਹਨਾਂ ਜੋਧੇ ਸੂਰਮਿਆਂ ਦੇ ਨਾਲ ਮਿਲ ਕਰਕੇ ਮੈਂ ਵੀ ਬਹੁਤ ਸਾਰੇ ਆ ਜਿਹੜੇ ਤੁਰਕ ਮੁਗਲ ਪਠਾਨ ਵਰਸ਼ੀ ਦੇ ਨਾਲ ਨਾਸ ਕੀਤੇ ਸਨ। ਤੁਰਕਨ ਸਾਥ ਮਚਾਏ ਲੜਾਈ। ਤੁਰਕਾਂ ਮੁਗਲਾਂ ਪਠਾਨਾਂ ਦੇ ਅੱਗੇ ਹੋ ਕੇ ਮੈਂ ਵੀ ਫਿਰ ਬੜਾ ਘਮਸਾਨ ਦਾ ਯੁੱਧ ਕੀਤਾ ਸੀ। ਹੁਤੀ ਸਾਂਗ ਗਰਵੀ ਕਰ ਮੇਰੇ। ਸੱਚੇ ਪਾਤਸ਼ਾਹ ਵੀ ਮੈਂ ਤਾਂ ਆਪਣੇ ਹੱਥ ਦੇ ਵਿੱਚ ਬਹੁਤ ਭਾਰੀ ਜਿਹੜੀ ਇੱਕ ਵਰਸ਼ੀ ਹੱਥ ਦੇ ਵਿੱਚ ਪਗੜੀ ਹੋਈ ਸੀ। ਦੁਸ਼ਮਨ ਆਨ ਟੁਕਿਓ ਜਬ ਨੇਰੇ। ਜਦੋਂ ਦੋਟ ਜਾਲ ਪਾਪੀ ਆਪ ਦੇ ਨੇੜੇ ਆ ਗਏ ਮੈਂ ਵੀ ਫਿਰ ਉਸ ਸਮੇਂ ਬਹੁਤ ਵੱਡੀ ਭਾਰੀ ਜਿਹੜੀ ਵਰਸ਼ੀ ਆਪਣੇ ਹੱਥ ਦੇ ਵਿੱਚ ਲੈ ਕਰਕੇ ਇਹਨਾਂ ਦਾ ਸਾਹਮਣਾ ਕੀਤਾ ਸੀ। ਬਲ ਤੇ ਹਤੀ ਪ੍ਰੋਵਨ ਕੀਨਾ। ਕਈ ਜਿਹੜੇ ਦੋਟ ਜਾਲ ਪਾਪੀ ਮੈਂ ਤਾਂ ਫਿਰ ਇਸ ਵਰਸ਼ੀ ਦੇ ਨਾਲ ਹੀ ਨਾਸ ਕਰ ਦਿੱਤੇ ਹਨ। ਐਚ ਤੁਰੰਗ ਤੇ ਡਾਰ ਸੋ ਦੀਨਾ। ਜਿਹੜਾ ਵੀ ਮੇਰੇ ਨੇੜੇ ਆਇਆ ਕੋਲੇ ਤੇ ਚੜ ਕੇ ਉਹਨਾਂ ਨੂੰ ਫਿਰ ਵਰਸ਼ੀ ਦੇ ਨਾਲ ਹੀ ਨਾਸ ਕੀਤਾ ਸੀ। ਅਪਰ ਆਨ ਕੈ ਖੈਂਚ ਕਿਰਪਾਨ। ਜਿਹੜੇ ਹੋਰ ਜਥੇਦਾਰ ਭਾਈ ਮਾਨ ਸਿੰਘ ਦੇ ਨਾਲ ਦੇ ਜੋਧੇ ਸੂਰਮੇ ਉਹਨਾਂ ਨੇ ਆਪੋ ਆਪਣੀਆਂ ਮਿਆਨਾਂ 'ਚੋਂ ਬਿਜਲੀ ਦਾ ਸਮਾਨ ਚਮਕਦੀਆਂ ਹੋਈਆਂ ਤਲਵਾਰਾਂ ਕੱਢ ਲਈਆਂ ਸਨ। ਇੱਕ ਦੋਏ ਵਾਰ ਕਰੇ ਬਲ ਠਾਨ। ਸੱਚੇ ਪਾਤਸ਼ਾਹ ਵੀ ਮੈਂ ਵੀ ਕਈ ਦੋਟਾ ਪਾਪੀਆਂ ਦਾ ਇੱਥੇ ਆ ਕਰਕੇ ਸ਼ਿੰਗਾਰ ਕੀਤਾ ਸੀ। ਰਾਵਰ ਦੇ ਕਰ ਹਾਥ ਬਚਾਈ। ਪਰ ਫਿਰ ਵੀ ਆਪ ਜੀ ਨੇ ਹੱਥ ਦੇ ਕਰਕੇ ਮੈਨੂੰ ਇਹਨਾਂ ਦੋਟਾ ਪਾਪੀਆਂ ਦੇ ਕੋਲੋਂ ਬਚਾ ਲਿਆ। ਅਬ ਵਾਂਛਾ ਮੁਝ ਰਹੀ ਨਾ ਕਾਈ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਵੀ ਕੋਈ ਹੋ ਜੀ
ਆ ਪੁੱਤਰਾਂ ਦੀ ਜਿਹੜੀ ਵਾਸਨਾ ਉਹ ਤਾਂ ਖਤਮ ਹੋ ਗਈ ਹੈ। ਸਤਿਗੁਰ ਸੰਗ ਰਹੋ ਨਿਤ ਅਬੈ। ਹੁਣ ਮੈਂ ਰਹਿੰਦੀ ਜ਼ਿੰਦਗੀ ਇਹਦਾ ਹੁਣ ਆਪਦੇ ਚਰਨਾਂ 'ਚ ਰਹਿ ਕਰਕੇ ਬਤੀਤ ਕਰਨੀ ਹੈ। ਜਗਤ ਕਾਨ ਕੀ ਲੱਜ ਤਜ ਸਬੈ। ਹੁਣ ਮਾਤਾ ਭਗੋ ਜੀ ਨੇ ਜਿਹੜਾ ਮਰਦਾ ਵਾਲਾ ਭੇਖ ਆਪਣੇ ਸਰੀਰ ਦੇ ਉੱਪਰ ਧਾਰਨ ਕਰ ਲਿਆ ਸੀ। ਬਿਕਸੇ ਸਤਿਗੁਰ ਬਾਕ ਉਚਾਰਾ। ਉਸ ਸਮੇਂ ਸਤਿਗੁਰੂ ਜੀ ਨੇ ਵੀ ਪ੍ਰਸੰਨ ਹੋ ਕਰਕੇ ਫਿਰ ਬਚਨ ਕੀਤਾ ਹੈ ਮਾਤਾ ਭਾਗੋ ਜੀ ਨੂੰ। ਭਲੋ ਮਨੋਰਥ ਤੈ ਉਰ ਧਾਰਾ। ਇਹ ਬੀਬਾ ਬਹੁਤ ਚੰਗਾ ਜਿਹੜਾ ਮਨੋਰਥ ਤੇ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੈ। ਜਨਮ ਮਰਨ ਤੇ ਅਬ ਛੁੱਟ ਜਾਏ ਹੁਣ ਹੈ। ਤੇਰੇ ਆ ਜਨਮ ਮਰਨ ਦੇ ਸਾਰੇ ਜਿਹੜੇ ਦੁੱਖ ਹੀ ਨਾਸ ਹੋ ਜਾਣੇ ਹਨ। ਲੋਕ ਲਾਜ ਕੋ ਤਿਆਗਨ ਕਹਿ ਹੈ। ਸੋ ਤੈ ਆ ਦੁਨੀਆ ਦੀ ਜਿਹੜੀ ਕਾਨ ਕਨੌੜ ਲੱਜਿਆ ਹੀ ਤਿਆਗਾ ਦਿੱਤੀ ਹੈ। ਇਸ ਪ੍ਰਕਾਰ ਕਰਕੇ ਕ੍ਰਿਤ ਸਾਰੀ। ਹੁਣ ਸਤਿਗੁਰੂ ਜੀ ਨੇ ਇਹਨਾਂ ਸਾਰੇ ਜੋਧ ਹੈ ਸੂਰਮਿਆਂ ਦੇ ਜਿਹੜੇ ਸਰੀਰ ਇੱਕ ਸ਼ਿਖਾ ਦੇ ਵਿੱਚ ਰੱਖ ਕਰਕੇ ਉਹਨਾਂ ਦਾ ਆਪ ਪਾਸ ਖੜਿਆ ਹੋ ਕੇ ਸੰਸਕਾਰ ਕਰਵਾਇਆ ਸੀ। ਮਹਾ ਸਿੰਘ ਕੀ ਬਾਤ ਚਿਤਾਰੀ। ਹੁਣ ਦਸ਼ਮੇਸ਼ ਪਿਤਾ ਜੋਥੇਦਾਰ ਭਾਈ ਮਾ ਸਿੰਘ ਨੂੰ ਵੀ ਮਨ ਦੇ ਵਿੱਚ ਨਾ ਇਹ ਵਾਰ-ਵਾਰ ਫਿਰ ਯਾਦ ਕਰਨ ਲੱਗ ਪਏ ਸਨ। ਕੀਨੋ ਮਹਾ ਸਿੰਘ ਉਪਕਾਰਾ। ਵੀ ਦੇਖੋ ਭਾਈ ਮਾ ਸਿੰਘ ਨੇ ਮਾਝੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਜਿਹੜੇ ਪ੍ਰੇਮੀ ਸੰਗਤਾਂ ਉਹਨਾਂ ਦੇ ਉੱਪਰ ਨਾ ਬਹੁਤ ਵੱਡਾ ਮਾਨ ਪਰਉਪਕਾਰ ਕੀਤਾ ਹੈ। ਅਪਰਨਾ ਲੀਨਸ ਰਹੇ ਉਚਾਰਾ। ਅਸੀਂ ਬਥੇਰੇ ਪਦਾਰਥ ਦੇਣ ਵਾਸਤੇ ਵਚਨ ਕੀਤਾ ਪਰ ਉਹਨੇ ਲੋਕ ਔਰ ਪਰਲੋਕ ਦੇ ਜਿਹੜੇ ਸਾਰੇ ਸੁੱਖ ਆਪਣੇ ਵੱਲੋਂ ਠੁਕਰਾ ਦਿੱਤੇ ਸੀ। ਮੇਲ ਲਈ ਟੂਟੀ ਸਭ ਸੰਗਤ। ਜਿਹੜੀਆਂ ਸੰਗਤਾਂ ਸਾਡੇ ਨਾਲੋਂ ਟੁੱਟੀਆਂ ਸੀ ਉਹਨਾਂ ਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਚਰਨਾਂ ਦੇ ਨਾਲ ਜੋੜ ਦਿੱਤਾ ਹੈ। ਭਏ ਪ੍ਰਵੇਸ਼ ਗੁਰੂ ਕੀ ਪੰਗਤ। ਇਹ ਹੁਣ ਮਾਝੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ ਉਹ ਪਹਿਲਾਂ ਦੇ ਸਮਾਨ ਗੁਰੂ ਕੀ ਜਿਹੜੀ ਸੰਗਤ ਹੈ ਪੰਗਤ ਹੈ ਉਹਦੇ ਵਿੱਚ ਪ੍ਰਵੇਸ਼ ਹੋ ਗਏ ਨੇ। ਸੰਗੀ ਸਭਨ ਸੁਨਾਏ ਬਖਾਨਾ। ਇਹ ਜਿਹੜਾ ਬਚਨ ਦਸ਼ਮੇਸ਼ ਪਿਤਾ ਨੇ ਬੈਰਾੜ ਗੁਰ ਸਿੱਖਾਂ ਨੂੰ ਸੁਣਾਉਂਦੇ ਹੋਇਆ ਆਪਣੀ ਰਸਨਾ ਤੋਂ ਕੀਤੇ ਸੀ। ਭਲੋ ਕਾਜ ਕੀਨ ਸਹਿਤ ਠਾਨਾ। ਵੀ ਦੇਖੋ ਜਿਹਨੇ ਲੋਕ ਪਰਲੋਕ ਦੀਆਂ ਸਾਰੀਆਂ ਇੱਛਾ ਨੂੰ ਤਿਆਗ ਕਰਕੇ ਇੱਕੋ ਇੱਕ ਜਿਹੜਾ ਹੈ ਪਰਉਪਕਾਰ ਕਰਨ ਦੇ ਲਈ ਮਨ ਦੇ ਵਿੱਚ ਸੰਕਲਪ ਧਾਰਨ ਕੀਤਾ ਸੀ। ਗੁਰ ਸਿੱਖੀ ਕੀ ਵੱਡ ਬੁਨਿਆਦ। ਸਤਿਗੁਰੂ ਜੀ ਕਹਿ ਲੱਗੇ ਵੀ ਜਿਹੜੀ ਗੁਰ ਸਿੱਖੀ ਦੀ ਬਹੁਤ ਵੱਡੀ ਬੁਨਿਆਦ ਭਾਵੇਂ ਇਸ ਇਲਾਕੇ 'ਚ ਪਹਿਲਾਂ ਤੋਂ ਹੀ ਚਲੀ ਆਉਂਦੀ ਹੈ ਬਿਗੜੀ ਗਈ ਹੋਤੀ ਸੋ ਬਾਦ। ਪਰ ਭਾਵੇਂ ਇਹ ਵਿਗੜ ਚੁੱਕੀ ਸੀ ਜਥੇਦਾਰ ਭਾਈ ਮਾ ਸਿੰਘ ਨੇ ਦੁਬਾਰਾ ਉਹ ਜਿਹੜੀਆਂ ਗੁਰ ਸਿੱਖੀ ਦੀਆਂ ਨਾ ਵੱਡੀਆਂ ਵੱਡੀਆਂ ਬੁਨਿਆਦਾਂ ਉਸ ਇਲਾਕੇ ਦੇ ਵਿੱਚ ਦੁਬਾਰਾ ਫੇਰ ਕਾਇਮ ਕਰ ਦਿੱਤੀਆਂ ਹਨ। ਬਾਹਰ ਮਿਲਨ ਕੋ ਵਕਤ ਨਾ ਕੋਈ। ਸਤਿਗੁਰੂ ਜੀ ਕਹਿ ਲੱਗੇ ਵੀ ਇਹ ਤੋਂ ਬਾਅਦ ਇਹਨਾਂ ਨੂੰ ਕਦੇ ਵੀ ਗੁਰੂ ਬਾਬਾ ਜੀ ਦੇ ਦਰ ਘਰ ਦੇ ਨਾਲ ਜੋੜਨ ਦਾ ਕੋਈ ਵੀ ਮੌਕਾ ਨਹੀਂ ਪ੍ਰਾਪਤ ਹੋਣਾ ਸੀ। ਪ੍ਰਾਨ ਦੇਨ ਲਓ ਕਬ ਕ੍ਰਿਤ ਹੋਈ। ਪਰ ਜਦੋਂ ਹੁਣ ਇਹਨੇ ਇਤਨੀ ਵੱਡੀ ਆ ਕਰਕੇ ਇੱਥੇ ਤੁਰਕਾਂ ਮੁਗਲਾਂ ਪਠਾਨਾਂ ਦੇ ਸਾਹਮਣੇ ਹੋ ਕਰਕੇ ਬਹੁਤ ਵੱਡੀ ਮਹਾਨ ਸ਼ਹਾਦਤ ਦਿੱਤੀ ਹੈ। ਪੁਨ ਐਸੋ ਹੋਵਨ ਉਪਕਾਰੀ। ਸਤਿਗੁਰੂ ਜੀ ਕਹਿ ਲੱਗੇ ਵੀ ਇਹੋ ਜਿਹਾ ਮਹਾਨ ਪਰਉਪਕਾਰੀ ਕੋਈ ਬਿਰਲਾ ਹੀ ਗੁਰ ਸਿੱਖ ਹੋਇਆ ਕਰਦਾ ਹੈ। ਤਜ ਨਿਜ ਹਿਤ ਇਹ ਬਾਤ ਸੁਧਾਰੀ। ਜਿਸ ਨੇ ਆਪਣੇ ਪਰਿਵਾਰ ਦਾ ਆਪਣੀ ਪੰਸ ਨੂੰ ਛੱਡ ਕਰਕੇ ਕੇਵਲ ਦੀ ਕੇਵਲ
ਉਹਨਾਂ ਨੂੰ ਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਨ ਦੇ ਲਈ ਇੱਕੋ ਇੱਕ ਮਨ ਦੇ ਅੰਦਰ ਹੈ ਫੁਰਨਾ ਧਾਰਨ ਕਰਕੇ ਰੱਖਿਆ ਸੀ। ਗੁਰ ਸਿੱਖੀ ਰੱਖੀ ਤਿਸ ਦੇਸ਼ੂ। ਉਸ ਇਲਾਕੇ ਦੇ ਵਿੱਚ ਜਥੇਦਾਰ ਭਾਈ ਮਹਾਂ ਸਿੰਘ ਨੇ ਇਹ ਗੁਰਸਿੱਖੀ ਨਾਲ ਪਹਿਲਾਂ ਦੇ ਸਮਾਨ ਹੀ ਰੱਖ ਦਿੱਤੀ ਹੈ। ਹੁਤੇ ਕਦੀਮੀ ਸਿੱਖ ਅਸ਼ੇਸ਼ੂ। ਜਿਹੜੇ ਕਈ ਪੁਸਤਾਂ ਤੋਂ ਉਸੇ ਤਰ੍ਹਾਂ ਗੁਰੂ ਬਾਬਾ ਜੀ ਦੇ ਨਾਲ ਦਰ ਕਰਦੇ ਪ੍ਰੇਮੀ ਸੇਵਕ ਦਾਸ ਚਲੇ ਆਉਂਦੇ ਹਨ। ਸ੍ਰੀ ਗੁਰੂ ਨਾਨਕ ਆਦਿਕ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਨੇ ਕਿਤਨਾ ਟਾਈਮ ਇਸ ਇਲਾਕੇ ਦੇ ਵਿੱਚ ਰਹਿ ਕਰਕੇ ਬਤੀਤ ਕੀਤਾ ਸੀ। ਵਿਚਰੇ ਬਸੇ ਅਦਕ ਤਿਸ ਠੌਰ। ਇਹ ਸਤਿਗੁਰੂ ਜੀ ਬੜਾ ਲੰਮਾ ਸਮਾਂ ਇਸ ਇਲਾਕੇ ਦੇ ਵਿੱਚ ਵਿਚਰਦਿਆਂ ਹੋਇਆਂ ਉਹਨਾਂ ਨੇ ਵੱਡੇ ਵੱਡੇ ਨਗਰਾਂ ਵੱਡੇ ਵੱਡੇ ਸ਼ਹਿਰਾਂ 'ਚ ਕਿਵੇਂ ਜਾ ਕਰਕੇ ਫਿਰ ਗੁਰ ਸਿੱਖੀ ਦਾ ਪ੍ਰਚਾਰ ਕੀਤਾ ਸੀ। ਸਹੇ ਨਹੀਂ ਕਸਵੱਟੀ ਅਬ ਕੀ। ਦਸ਼ਮੇਸ਼ ਪਿਤਾ ਕਹਿਣ ਲੱਗੇ ਵੀ ਭਾਵੇਂ ਹੁਣ ਤਾਂ ਇਹ ਜਿਹੜੀ ਬਹੁਤ ਵੱਡੀ ਕਸਵੱਟੀ ਲੱਗੀ ਹੋਈ ਆਪਣੇ ਉੱਪਰ ਝੱਲ ਨਹੀਂ ਸਕੇ ਸਨ। ਖਾਰਜ ਸਿੱਖੀ ਕੀਨਸ ਤਬ ਕੀ। ਉਹ ਤੋਂ ਬਾਅਦ ਅਸੀਂ ਤਾਂ ਇਹਨਾਂ ਸਾਰਿਆਂ ਨੂੰ ਸਦਾ ਦੇ ਲਈ ਗੁਰ ਸਿੱਖੀ ਤੋਂ ਖਾਰਜ ਕਰ ਦਿੱਤਾ ਸੀ। ਮਹਾ ਸਿੰਘ ਬਨ ਮਹਾ ਸਿੰਘ ਅਬ। ਪਰ ਜਥੇਦਾਰ ਭਾਈ ਮਹਾਂ ਸਿੰਘ ਨੇ ਜਦੋਂ ਇਹੋ ਜੀ ਬਹੁਤ ਵੱਡੀ ਮਹਾਨ ਕੁਰਬਾਨੀ ਕਰ ਦਿੱਤੀ ਹੈ। ਬਰ ਲੈ ਦੇਸ਼ ਉਧਾਰ ਦਿਓ ਸਭ। ਸਾਡੇ ਪਾਸੋਂ ਬਰ ਪ੍ਰਾਪਤ ਕਰਕੇ ਇਹਨੇ ਆਪਣੇ ਸਾਰੇ ਇਲਾਕੇ ਦਾ ਜਿਹੜਾ ਭਲਾ ਕਰਵਾ ਲਿਆ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਹੋਰ ਵੀ ਬੜੇ ਬਚਨ ਕਰਨੇ ਹਨ ਉਸ ਪਰ ਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਮਹਾ ਸਿੰਘ ਬਨ ਮਹਾ ਸਿੰਘ ਅਬ। ਬਰ ਲੈ ਦੇਸ਼ ਉਧਾਰ ਦਿਓ ਸਭ। ਮਹਾ ਸਿੰਘ ਬਨ ਮਹਾ ਸਿੰਘ ਅਬ। ਬਰ ਲੈ ਦੇਸ਼ ਉਧਾਰ ਦਿਓ ਸਭ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸੀ